ਆਸ਼ੀਸ਼ਿਤ ਦੂਸਰਾ ਪਸਾਹ ਆ ਗਿਆ ਹੈ। ਅੱਜ ਆਓ ਅਸੀਂ ਉਪਦੇਸ਼ ਸਿਰਲੇਖ ਦੂਸਰਾ ਪਸਾਹ ਨਾਲ ਮਿਲ ਕੇ ਪਰਮੇਸ਼ਵਰ ਦੇ ਵਚਨ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਅੱਜ ਪਵਿੱਤਰ ਕੈਲੰਡਰ ਦੇ ਅਨੁਸਾਰ ਦੂਸਰੇ ਮਹੀਨੇ ਦਾ 14ਵਾਂ ਦਿਨ ਹੈ। ਪਹਿਲਾ ਪਸਾਹ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਸਾਰੇ ਪਰਬ ਸਾਲ ਵਿੱਚ ਇੱਕ ਵਾਰ ਮਨਾਏ ਜਾਂਦੇ ਹਨ, ਪਰ ਸਾਰੇ ਪਰਬਾਂ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਪਸਾਹ ਨੂੰ ਸਾਲ ਵਿੱਚ 2 ਵਾਰ ਮਨਾਉਣ ਦਾ ਮੌਕਾ ਦਿੱਤਾ ਹੈ। ਕੀ ਬਾਈਬਲ ਵਿੱਚ ਇਹ ਦਰਜ ਨਹੀਂ ਹੈ ਕਿ ਜਿਨ੍ਹਾਂ ਨੇ ਪਹਿਲੇ ਮਹੀਨੇ ਪਸਾਹ ਨਹੀਂ ਮਨਾਇਆ ਉਹ ਦੂਸਰੇ ਮਹੀਨੇ ਵਿੱਚ ਪਸਾਹ ਮਨਾ ਸਕਦੇ ਹਨ? ਫਿਰ ਅੱਜ ਅਸੀਂ ਦੂਸਰਾ ਪਸਾਹ ਕਿਉਂ ਮਨਾ ਰਹੇ ਹਾਂ? ਜੇਕਰ ਅਸੀਂ ਮੂਸਾ ਦੇ ਸਮੇਂ ਵਿੱਚ ਦੇਖਦੇ ਹਾਂ, ਫਿਰ ਅਸੀਂ ਪਤਾ ਕਰ ਸਕਦੇ ਹਾਂ ਕਿ ਜਦੋਂ ਇਜ਼ਰਾਈਲੀਆਂ ਨੂੰ 3500 ਸਾਲ ਪਹਿਲਾਂ ਮਿਸਰ ਦੇਸ਼ ਤੋਂ ਮੁਕਤੀ ਮਿਲੀ ਸੀ, ਤਦ ਪਰਮੇਸ਼ਵਰ ਨੇ ਮਿਸਰੀਆਂ ਅਤੇ ਇਜ਼ਰਾਈਲੀਆਂ ਦੋਨਾਂ ਨੂੰ ਪਸਾਹ ਮਨਾਉਣ ਦਾ ਮੌਕਾ ਦਿੱਤਾ ਸੀ। ਮਿਸਰੀਆਂ ਨੇ ਪਸਾਹ ਦਾ ਪਰਬ ਨਹੀਂ ਮਨਾਇਆ। ਦੂਸਰੇ ਪਾਸੇ ਇਜ਼ਰਾਈਲੀਆਂ ਨੇ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕੀਤਾ ਅਤੇ ਪਸਾਹ ਨੂੰ ਪਵਿੱਤਰ ਮਨਾਇਆ। ਨਤੀਜੇ ਵਜੋਂ ਪਰਮੇਸ਼ਵਰ ਮਿਸਰ ਦੇ ਸਾਰੇ ਲੋਕਾਂ ਉੱਤੇ ਇੱਕ ਭਿਆਨਕ ਵਿਪਤਾ ਲਿਆਏ। ਮਿਸਰ ਭਰ ਵਿੱਚ ਹਰੇਕ ਘਰ ਇਸ ਭਿਆਨਕ ਵਿਪਤਾ ਤੋਂ ਪਰੇਸ਼ਾਨ ਹੋਇਆ ਅਤੇ ਇੱਕ ਵੀ ਅਜਿਹਾ ਘਰ ਨਹੀਂ ਸੀ ਜਿਸ ਨੇ ਆਪਣੇ ਪਹਿਲੋਠੇ ਨੂੰ ਨਾ ਗਵਾਇਆ ਹੋਵੇ। ਪਰ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਸਮੇਂ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ ਅਤੇ ਉਹਨਾਂ ਨੂੰ ਲੇਲੇ ਨੂੰ ਬਲੀ ਕਰਨ ਅਤੇ ਉਸ ਦੇ ਲਹੂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਦੇ ਦੋਹੀਂ ਬਾਹੀਂ ਅਤੇ ਸਿਰ ਉੱਤੇ ਲਗਾਉਣ ਦੀ ਇਜਾਜ਼ਤ ਦਿੱਤੀ, ਤਾਂ ਜੋ ਲਹੂ ਇੱਕ ਨਿਸ਼ਾਨ ਹੋਵੇ ਜੋ ਸਾਬਤ ਕਰ ਸਕੇ ਕਿ ਉਹਨਾਂ ਨੇ ਪਸਾਹ ਮਨਾਇਆ ਹੈ। ਜਿਨ੍ਹਾਂ ਇਜ਼ਰਾਈਲੀ ਪਰਿਵਾਰਾਂ ਨੇ ਪਸਾਹ ਨੂੰ ਉਸ ਦੀ ਵਿਧੀ ਦੇ ਅਨੁਸਾਰ ਮਨਾਇਆ, ਉਹਨਾਂ ਵਿੱਚੋਂ ਕਿਸੇ ਉੱਪਰ ਵਿਪਤਾ ਨਹੀਂ ਆਈ, ਪਰ ਮਿਸਰ ਦੇ ਹਰੇਕ ਪਰਿਵਾਰ ਉੱਤੇ ਵੱਡੀ ਵਿਪਤਾ ਆਈ ਜਿਨ੍ਹਾਂ ਨੇ ਪਸਾਹ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਸੀ। ਨਤੀਜੇ ਵਜੋਂ ਕੋਈ ਵੀ ਵਿਪਤਾ ਤੋਂ ਨਹੀਂ ਬਚ ਸਕਿਆ। ਪਰਮੇਸ਼ਵਰ ਨੇ ਇਸ ਬੀਤੇ ਇਤਿਹਾਸ ਨੂੰ ਸਾਡੇ ਲਈ ਲਿਖਣ ਦਿੱਤਾ। 3500 ਸਾਲ ਪਹਿਲਾਂ ਪਰਮੇਸ਼ਵਰ ਦੇ ਸਾਰੇ ਲੋਕ ਜਿਨ੍ਹਾਂ ਨੇ ਪਸਾਹ ਦਾ ਪਰਬ ਮਨਾਇਆ ਸੀ, ਪੂਰੇ ਮਿਸਰ ਉੱਤੇ ਆਈ ਵਿਪਤਾ ਤੋਂ ਬਚਾਏ ਜਾ ਕੇ ਪਰਮੇਸ਼ਵਰ ਦੁਆਰਾ ਸੁਰੱਖਿਅਤ ਕੀਤੇ ਗਏ। ਉਸੇ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਇਸ ਯੁੱਗ ਵਿੱਚ ਵੀ ਵਿਪਤਾ ਤੋਂ ਬਚਾਉਣ ਲਈ ਇੱਕ ਨਿਸ਼ਾਨ ਦੇ ਰੂਪ ਵਿੱਚ ਪਸਾਹ ਦਾ ਪਰਬ ਦਿੱਤਾ ਹੈ। ਅਸੀਂ ਸਿਰਫ ਵਿਪਤਾ ਤੋਂ ਹੀ ਨਹੀਂ ਬਚਦੇ, ਪਰ ਯੀਸ਼ੂ ਨੇ ਉਹਨਾਂ ਲੋਕਾਂ ਲਈ ਜੋ ਪਸਾਹ ਦਾ ਪਰਬ ਮਨਾਉਂਦੇ ਹਨ ਅਤੇ ਕਿਹੜੀ ਆਸ਼ੀਸ਼ ਦਾ ਵਾਅਦਾ ਕੀਤਾ ਹੈ। ਅਸੀਂ ਮਨੁੱਖ ਹਮੇਸ਼ਾ ਲਈ ਜਿਉਂਦੇ ਨਹੀਂ ਰਹਿ ਸਕਦੇ। ਕਿ ਇਸ ਦਾ ਕਾਰਨ ਇਹ ਨਹੀਂ ਕਿ ਅਸੀਂ ਸਵਰਗ ਦੇ ਰਾਜ ਵਿੱਚ ਪਾਪ ਕੀਤਾ ਸੀ ਅਤੇ ਇਸ ਧਰਤੀ ਉੱਤੇ ਸੁੱਟ ਦਿੱਤੇ ਗਏ ਸੀ। ਇਸ ਲਈ ਪਰਮੇਸ਼ਵਰ ਉਹਨਾਂ ਸਾਰੇ ਪਾਪਾਂ ਨੂੰ ਮਾਫ ਕਰਨ ਲਈ ਜੋ ਅਸੀਂ ਸਵਰਗ ਵਿੱਚ ਕੀਤੇ ਸੀ ਅਤੇ ਜਿਸ ਨੂੰ ਅਸੀਂ ਮੌਤ ਨਾਲ ਭੁਗਤਾਣਾ ਸੀ, ਧਰਤੀ ਉੱਤੇ ਇੱਕ ਵਿਵਸਥਾ ਸਥਾਪਿਤ ਕੀਤੀ। ਉਹ ਵਿਵਸਥਾ ਪਸਾਹ ਹੈ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ। ਪਸਾਹ ਰਾਹੀਂ ਪਰਮੇਸ਼ਵਰ ਦੁਆਰਾ ਪਾਪਾਂ ਦੀ ਮਾਫੀ ਦੀ ਮਹਾਨ ਆਸ਼ੀਸ਼ ਅਤੇ ਸਵਰਗ ਦੇ ਰਾਜ ਵਿੱਚ ਸਦੀਪਕ ਜੀਵਨ ਦਾ ਵਾਅਦਾ ਪ੍ਰਦਾਨ ਕੀਤਾ ਜਾਂਦਾ ਹੈ। ਸਿਰਫ ਇੰਨਾ ਹੀ ਨਹੀਂ ਹੈ, ਪਰਮੇਸ਼ਵਰ ਦਾ ਪਵਿੱਤਰ ਅਤੇ ਅਵਿਨਾਸ਼ੀ ਮਾਸ ਅਤੇ ਕੀਮਤੀ ਲਹੂ ਸਵੀਕਾਰ ਕਰਨ ਦੁਆਰਾ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਬਣ ਜਾਂਦੇ ਹਾਂ। ਪਰਮੇਸ਼ਵਰ ਨੇ ਇਸ ਬਹੁਤ ਕੀਮਤੀ ਵਾਅਦੇ ਨੂੰ ਉਸ ਪਸਾਹ ਵਿੱਚ ਰੱਖਿਆ ਹੈ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ। ਕਿਉਂਕਿ ਇਹ ਮਹਾਨ ਵਾਅਦਾ ਪਸਾਹ ਵਿੱਚ ਸ਼ਾਮਿਲ ਹੈ, ਇਸ ਲਈ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਜੋ ਕੁਝ ਅਟਲ ਹਾਲਾਤਾਂ ਦੇ ਕਾਰਨ ਪਹਿਲੇ ਮਹੀਨੇ ਵਿੱਚ ਪਸਾਹ ਮਨਾਉਣ ਵਿੱਚ ਸਫਲ ਰਹੇ ਹਨ, ਦੂਸਰੇ ਮਹੀਨੇ ਵਿੱਚ ਪਸਾਹ ਮਨਾਉਣ ਦਾ ਮੌਕਾ ਗਵਾ ਦਿੰਦੇ ਹਨ। ਪਰ ਪੁਰਾਣੇ ਨੇਮ ਦੀ ਵਿਵਸਥਾ ਕਹਿੰਦੀ ਹੈ ਕਿ ਜੋ ਲੋਕ ਦੂਸਰੇ ਪਸਾਹ ਨੂੰ ਵੀ ਨਹੀਂ ਮਨਾ ਪਾਉਂਦੇ ਹਨ, ਉਹਨਾਂ ਨੂੰ ਪਰਮੇਸ਼ਵਰ ਦੇ ਲੋਕਾਂ ਤੋਂ ਪੂਰੀ ਤਰ੍ਹਾਂ ਨਾਲ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਵਿਵਸਥਾ ਮਨੁੱਖਾਂ ਦੁਆਰਾ ਨਹੀਂ ਬਣਾਈ ਗਈ ਸੀ, ਪਰ ਪਰਮੇਸ਼ਵਰ ਨੇ ਬਾਈਬਲ ਦੁਆਰਾ ਸਥਾਪਿਤ ਕੀਤੀ ਸੀ। ਇਹ ਸਾਡੀ ਮੁਕਤੀ ਲਈ ਅਸਲ ਸੱਚਾਈ ਹੈ। ਇਹ ਬਾਈਬਲ ਵਿੱਚ ਲਿਖਿਆ ਗਿਆ ਪਰਮੇਸ਼ਵਰ ਦਾ ਵਾਅਦਾ ਹੈ ਕਿ ਪਸਾਹ ਦੁਆਰਾ ਅਸੀਂ ਪਰਮੇਸ਼ਵਰ ਦੀ ਸੰਤਾਨ ਬਣ ਜਾਂਦੇ ਹਾਂ, ਸਦੀਪਕ ਜੀਵਨ ਦੀ ਆਸ਼ੀਸ਼ ਪ੍ਰਾਪਤ ਕਰਦੇ ਹਾਂ, ਸਵਰਗ ਦੇ ਰਾਜ ਵਿੱਚ ਕੀਤੇ ਗਏ ਸਾਡੇ ਸਾਰੇ ਪਾਪ ਮਾਫ ਹੁੰਦੇ ਹਨ ਅਤੇ ਸਾਡੇ ਮੱਥੇ ਉੱਤੇ ਮੋਹਰ ਵੀ ਪ੍ਰਾਪਤ ਕਰਦੇ ਹਨ, ਤਾਂ ਜੋ ਅਸੀਂ ਸਾਰੇ ਅੰਤਮ ਵਿਪਤਾ ਤੋਂ ਬਚ ਸਕੀਏ। ਆਓ ਬਾਈਬਲ ਵਿੱਚ ਪੁਸ਼ਟੀ ਕਰੀਏ ਕਿ ਇਹ ਵਾਅਦਾ ਪਸਾਹ ਦੇ ਪਰਬ ਵਿੱਚ ਸ਼ਾਮਿਲ ਹੈ।
ਸਭ ਤੋਂ ਪਹਿਲਾਂ ਆਓ ਅਸੀਂ ਗਿਣਤੀ ਅਧਿਆਇ 9 ਵਿੱਚ ਦੂਸਰੇ ਪਸਾ ਦੇ ਮਤਲਬ ਨੂੰ ਜਾਣੀਏ। ਅਧਿਆਇ 9 ਵਚਨ 1। ਯਹੋਵਾ ਮੂਸਾ ਨੂੰ ਸਨਈ ਦੀ ਉਜਾੜ ਵਿੱਚ ਦੂਜੇ ਵਰ੍ਹੇ ਦੇ ਪਹਿਲੇ ਮਹੀਨੇ ਉਹਨਾਂ ਦੇ ਮਿਸਰ ਦੇਸ਼ ਤੋਂ ਨਿਕਲਣ ਦੇ ਮਗਰੋਂ ਬੋਲਿਆ, ਇਜ਼ਰਾਈਲੀ ਪਸਾ ਨੂੰ ਉਹਦੇ ਠਹਿਰਾਏ ਹੋਏ ਸਮੇਂ ਉੱਤੇ ਮਨਾਇਆ ਕਰਨ। ਠਹਿਰਾਏ ਹੋਏ ਸਮੇਂ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦਾ 14ਵਾਂ ਦਿਨ ਹੈ। ਸੂਰਜੀ ਕੈਲੰਡਰ ਦੇ ਅਨੁਸਾਰ ਇਹ ਮਾਰਚ ਅਤੇ ਅਪ੍ਰੈਲ ਵਿਚਕਾਰ ਪੈਂਦਾ ਹੈ। ਇਜ਼ਰਾਈਲੀ ਪਸਾਹ ਨਾਮਕ ਪਰਬ ਨੂੰ ਉਸ ਦੇ ਠਹਿਰਾਏ ਸਮੇਂ ਉੱਤੇ ਮਨਾਇਆ ਕਰਨ। ਇਸੇ ਮਹੀਨੇ ਦੀ 14ਵੀਂ ਦੀ ਸਾਂਝ ਨੂੰ ਠਹਿਰਾਏ ਹੋਏ ਸਮੇਂ ਉੱਤੇ ਤੁਸੀਂ ਮਨਾਇਆ ਕਰੋ। ਉਸ ਦੀਆਂ ਸਾਰੀਆਂ ਵਿਧੀਆਂ ਅਤੇ ਸਾਰੀਆਂ ਰੀਤਾਂ ਅਨੁਸਾਰ ਉਸ ਨੂੰ ਮਨਾਇਆ ਕਰੋ। ਮੂਸਾ ਇਜ਼ਰਾਈਲੀਆਂ ਨੂੰ ਬੋਲਿਆ, ਭਾਈ ਤੁਸੀਂ ਪਸਾਹ ਨੂੰ ਮਨਾਓ। ਉਪਰੰਤ ਉਹਨਾਂ ਨੇ ਪਸਾਹ ਨੂੰ ਪਹਿਲੇ ਮਹੀਨੇ ਦੀ 14ਵੀਂ ਦੀ ਸਾਂਝ ਨੂੰ ਸੀਨਈ ਦੀ ਉਜਾੜ ਵਿੱਚ ਮਨਾਇਆ। ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਇਜ਼ਰਾਈਲੀਆਂ ਨੇ ਕੀਤਾ। ਕਈ ਮਨੁੱਖ ਸਨ ਜਿਹੜੇ ਕਿਸੇ ਆਦਮੀ ਦੀ ਲੋਥ ਦੇ ਕਾਰਨ ਅਸ਼ੁੱਧ ਹੋ ਗਏ ਸਨ ਅਤੇ ਉਹ ਉਸ ਦਿਨ ਉੱਤੇ ਪਸਾਹ ਨੂੰ ਨਾ ਮਨਾ ਸਕੇ, ਤਾਂ ਉਹ ਮੂਸਾ ਅਰ ਹਾਰੂਨ ਦੇ ਅੱਗੇ ਉਸ ਦਿਨ ਹਾਜ਼ਰ ਹੋਏ। ਉਹਨਾਂ ਮਨੁੱਖਾਂ ਨੇ ਉਹਨੂੰ ਆਖਿਆ, ਭਾਈ ਅਸੀਂ ਇੱਕ ਆਦਮੀ ਦੀ ਲੋਥ ਦੇ ਕਾਰਨ ਅਸ਼ੁੱਧ ਹਾਂ। ਅਸੀਂ ਕਿਉਂ ਰੁਕੇ ਰਹੀਏ ਕਿ ਅਸੀਂ ਯਹੋਵਾ ਦਾ ਚੜਾਵਾ ਠਹਿਰਾਏ ਹੋਏ ਸਮੇਂ ਉੱਤੇ ਇਜ਼ਰਾਈਲੀਆਂ ਦੇ ਵਿੱਚ ਨਾ ਚੜਾਈਏ? ਤਾਂ ਮੂਸਾ ਨੇ ਉਹਨਾਂ ਨੂੰ ਆਖਿਆ, ਠਹਿਰੋ ਅਤੇ ਮੈਂ ਸੁਣਾਂਗਾ ਜਿਹੜਾ ਹੁਕਮ ਯਹੋਵਾ ਤੁਹਾਡੇ ਲਈ ਦੇਵੇਗਾ। ਫਿਰ ਯਹੋਵਾ ਮੂਸਾ ਨੂੰ ਬੋਲਿਆ, ਇਜ਼ਰਾਈਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਕਿਸੇ ਲੋਥ ਅਥਵਾ ਕਿਸੇ ਲੰਮੇ ਪੈਂਡੇ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਭਾਵੇਂ ਤੁਹਾਡੇ ਵਿੱਚੋਂ ਭਾਵੇਂ ਤੁਹਾਡੀ ਅੰਸ਼ ਵਿੱਚੋਂ, ਤਾਂ ਵੀ ਉਹ ਯਹੋਵਾ ਦੀ ਪਸਾਹ ਮਨਾਵੇ। ਦੂਜੇ ਮਹੀਨੇ ਦੀ 14ਵੀਂ ਦੀ ਸਾਂਝ ਨੂੰ ਉਹਨੂੰ ਮਨਾਉਣ। ਪਤੀਰੀ ਰੋਟੀ ਅਤੇ ਕੋੜੀ ਭਾਜੀ ਨਾਲ ਉਹਨੂੰ ਖਾਣ ਅਤੇ ਸਵੇਰ ਤੱਕ ਕੁਝ ਬਾਕੀ ਨਾ ਛੱਡਣ ਅਤੇ ਨਾ ਹੀ ਉਹਦੀ ਹੱਡੀ ਤੋੜਨ। ਪਸਾਹ ਦੀ ਸਾਰੀ ਵਿਧੀ ਅਨੁਸਾਰ ਉਹਨੂੰ ਮਨਾਉਣ। ਪਰੰਤੂ ਜਿਹੜਾ ਮਨੁੱਖ ਸ਼ੁੱਧ ਹੋਵੇ ਅਤੇ ਪੈਂਡੇ ਵਿੱਚ ਵੀ ਨਾ ਹੋਵੇ, ਜੇ ਉਹ ਪਸਾਹ ਮਨਾਉਣ ਤੋਂ ਇਨਕਾਰੀ ਹੋਵੇ, ਤਾਂ ਉਹ ਪ੍ਰਾਣੀ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ, ਕਿਉਂ ਜੋ ਉਹਨੇ ਯਹੋਵਾ ਦਾ ਚੜਾਵਾ ਠਹਿਰਾਏ ਹੋਏ ਸਮੇਂ ਉੱਤੇ ਨਹੀਂ ਚੜਾਇਆ। ਉਹ ਮਨੁੱਖ ਆਪਣਾ ਪਾਪ ਆਪ ਚੁੱਕੇਗਾ। ਜੇਕਰ ਤੁਹਾਡੇ ਵਿੱਚ ਕੋਈ ਪਰਦੇਸੀ ਟਿਕਿਆ ਹੋਇਆ ਹੋਵੇ ਅਤੇ ਉਹ ਯਹੋਵਾ ਲਈ ਪਸਾਹ ਮਨਾਉਣੀ ਚਾਹੇ, ਤਾਂ ਉਹ ਪਸਾਹ ਦੀ ਵਿਧੀ ਅਤੇ ਉਹਦੀ ਰੀਤੀ ਅਨੁਸਾਰ ਮਨਾਵੇ। ਤੁਹਾਡੇ ਲਈ ਇੱਕੋ ਹੀ ਵਿਧੀ ਹੋਵੇ, ਪਰਦੇਸੀ ਲਈ ਵੀ ਅਤੇ ਦੇਸ਼ ਦੇ ਜੰਮੇ ਹੋਏ ਲਈ ਵੀ। ਇੱਥੇ ਗਿਣਤੀ ਅਧਿਆਇ 9 ਵਿੱਚ ਮੂਸਾ ਨੇ ਪਰਮੇਸ਼ਵਰ ਨੂੰ ਕਿਹਾ, ਅਜਿਹੇ ਲੋਕ ਹਨ ਜੋ ਅਟਲ ਹਾਲਾਤਾਂ ਦੇ ਕਾਰਨ ਪਹਿਲੇ ਮਹੀਨੇ ਵਿੱਚ ਪਸਾਹ ਦਾ ਪਰਬ ਨਹੀਂ ਮਨਾ ਸਕਦੇ। ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਫਿਰ ਪਰਮੇਸ਼ਵਰ ਨੇ ਉਸ ਨੂੰ ਉੱਤਰ ਦਿੱਤਾ, ਜੋ ਪਹਿਲੇ ਮਹੀਨੇ ਦੇ 14ਵੇਂ ਦਿਨ ਪਸਾਹ ਦਾ ਪਰਬ ਨਹੀਂ ਮਨਾ ਸਕੇ, ਉਹਨਾਂ ਨੂੰ 1 ਮਹੀਨੇ ਦੀ ਕਿਰਪਾਪੂਰਨ ਮਿਆਦ ਦਿੱਤੀ ਗਈ। ਪਰਮੇਸ਼ਵਰ ਨੇ ਉਹਨਾਂ ਨੂੰ ਦੂਸਰੇ ਮਹੀਨੇ ਦੇ 14ਵੇਂ ਦਿਨ ਦੂਸਰਾ ਪਸਾਹ ਮਨਾਉਣ ਦਾ ਮੌਕਾ ਦਿੱਤਾ। ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਦਿੱਤੀ ਹੈ, ਪਸਾਹ ਦਾ ਪਰਬ ਮਨਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਸਵਰਗ ਦੇ ਲੋਕਾਂ ਦੇ ਰੂਪ ਵਿੱਚ ਆਪਣੀ ਨਾਗਰਿਕਤਾ ਨੂੰ ਨਾ ਗਵਾਈਏ। ਪਰਮੇਸ਼ਵਰ ਕਹਿੰਦੇ ਹਨ ਕਿ ਜੋ ਲੋਕ ਅਜਿਹਾ ਕਰਨ ਵਿੱਚ ਸਫਲ ਹੁੰਦੇ ਹਨ, ਉਹ ਆਖਰਕਾਰ ਉਹਨਾਂ ਦੇ ਲੋਕਾਂ ਤੋਂ ਵੱਖ ਹੋ ਜਾਣਗੇ। ਇਸ ਦਾ ਮਤਲਬ ਹੈ ਕਿ ਉਹਨਾਂ ਦਾ ਪਰਮੇਸ਼ਵਰ ਨਾਲ ਕੋਈ ਸਾਂਝਾ ਨਹੀਂ ਹੋਵੇਗਾ। ਪਹਿਲਾਂ ਸਾਡੇ ਕੋਲ ਮੁਕਤੀ ਅਤੇ ਸਵਰਗ ਦੀ ਕੋਈ ਆਸ ਨਹੀਂ ਸੀ, ਪਰ ਪਰਮੇਸ਼ਵਰ ਨੇ ਪਵਿੱਤਰ ਪਸਾਹ ਦੁਆਰਾ, ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ, ਸਾਡੇ ਸਾਰਿਆਂ ਦੀਆਂ ਆਤਮਾਵਾਂ ਨੂੰ ਸਦੀਪਕ ਨਰਕ ਤੋਂ ਮੁੜਨ ਦਿੱਤਾ ਅਤੇ ਸਵਰਗ ਦੇ ਰਾਜ ਵੱਲ ਚੱਲਣ ਦਿੱਤਾ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਪਰਮੇਸ਼ਵਰ ਦੀ ਕਿਰਪਾ ਲਈ ਉਹਨਾਂ ਨੂੰ ਧੰਨਵਾਦ ਦੇਣਾ ਚਾਹੀਦਾ ਹੈ। ਫਿਰ ਆਓ ਅਸੀਂ ਕੂਚ ਅਧਿਆਇ 12 ਵਚਨ 11 ਉੱਤੇ ਜਾਈਏ ਅਤੇ ਪਰਮੇਸ਼ਵਰ ਦੇ ਨੇਮ ਦੇ ਵਚਨਾਂ ਨੂੰ ਦੇਖੀਏ। ਅਧਿਆਇ 12 ਵਚਨ 11। ਅਤੇ ਤੁਸਾਂ ਉਸ ਨੂੰ ਇਉਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਇਹ ਯਹੋਵਾ ਦਾ ਪਸਾਹ ਹੈ। ਪੁਰਾਣੇ ਨੇਮ ਵਿੱਚ ਇੱਕ ਲੇਲੇ ਜਾਂ ਬੱਕਰੇ ਨੂੰ ਬਲੀ ਕਰਕੇ ਉਸ ਦਾ ਲਹੂ ਵਹਾ ਕੇ ਪਰਮੇਸ਼ਵਰ ਨੂੰ ਬਲੀਦਾਨ ਚੜਾਇਆ ਜਾਂਦਾ ਸੀ। ਪਰ ਨਵੇਂ ਨਿਯਮ ਵਿੱਚ ਅਸੀਂ ਪਸਾਹ ਦੀ ਰੋਟੀ ਅਤੇ ਦਾਖਰਸ ਨਾਲ ਮਨਾਉਂਦੇ ਹਾਂ, ਕਿਉਂਕਿ ਪਰਮੇਸ਼ਵਰ ਨੇ ਵਿਧੀਆਂ ਨੂੰ ਬਦਲ ਦਿੱਤਾ ਹੈ ਨਾ? ਆਓ ਅਸੀਂ ਫਿਰ ਤੋਂ ਅਧਿਆਇ 12 ਵਚਨ 11 ਪੜ੍ਹੀਏ। ਅਤੇ ਤੁਸਾਂ ਉਸ ਨੂੰ ਇਉਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਇਹ ਯਹੋਵਾ ਦਾ ਪਸਾਹ ਹੈ। ਮੈਂ ਉਸ ਰਾਤ ਮਿਸਰ ਦੇਸ਼ ਦੇ ਵਿੱਚ ਦੀ ਲੰਘਾਂਗਾ ਅਰ ਮਿਸਰ ਦੇਸ਼ ਦੇ ਪਹਿਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਅਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਹੋਵਾ ਹਾਂ।
ਔਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ, ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ। ਇਜ਼ਰਾਈਲੀਆਂ ਨੇ ਪਸਾਹ ਦੇ ਲੇਲੇ ਨੂੰ ਬਲੀ ਕੀਤਾ ਅਤੇ ਉਸ ਦੇ ਲਹੂ ਨੂੰ ਦਰਵਾਜ਼ੇ ਦੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਗਾਇਆ। ਔਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ਼ ਕਰੇ। ਔਰ ਇਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ, ਔਰ ਤੁਸੀਂ ਇਹ ਦਿਨ ਯਹੋਵਾ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਇਸ ਨੂੰ ਸਦੀਪਕ ਵਿਧੀ ਦਾ ਪਰਬ ਮਨਾਇਓ। ਇੱਥੇ ਪਰਮੇਸ਼ਵਰ ਸਾਨੂੰ ਸਿਖਾਉਂਦੇ ਹਨ ਕਿ ਉਹਨਾਂ ਦਾ ਵਾਅਦਾ ਇਸ ਸ਼ਰਤ ਤੇ ਜਾਇਜ਼ ਰਹੇਗਾ ਕਿ ਅਸੀਂ ਪਸਾਹ ਮਨਾਵਾਂਗੇ। ਇਸ ਪ੍ਰਕਾਰ ਇਜ਼ਰਾਈਲੀਆਂ ਨੇ ਪੁਰਾਣੇ ਨੇਮ ਵਿੱਚ ਪਸਾਹ ਨੂੰ ਮਨਾਇਆ। ਪਰ ਆਓ ਮਤੀ ਅਧਿਆਇ 26 ਉੱਤੇ ਜਾ ਕੇ ਦੇਖੀਏ ਕਿ ਨਵੇਂ ਨੇਮ ਦੇ ਯੁੱਗ ਵਿੱਚ ਸਾਨੂੰ ਪਸਾਹ ਦਾ ਪਰਬ ਕਿਵੇਂ ਮਨਾਉਣਾ ਚਾਹੀਦਾ ਹੈ। ਅਧਿਆਇ 26 ਵਚਨ 17। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਇਹ ਪਸਾਹ ਕਹਿਲਾਉਂਦਾ ਹੈ ਕਿਉਂਕਿ ਇਸ ਦਾ ਮਤਲਬ ਬਿਪਤਾ ਦਾ ਸਾਡੇ ਉੱਪਰੋਂ ਲੰਘ ਜਾਣਾ ਹੈ। ਪਸਾਹ ਪਰਬ ਦੇ ਨਾਮ ਦਾ ਮਤਲਬ ਹੈ ਕਿ ਕੁਝ ਲੰਘਣਾ। ਇਹ ਬਿਪਤਾਵਾਂ ਹਨ ਜੋ ਸਾਡੇ ਉੱਪਰੋਂ ਲੰਘ ਜਾਂਦੀਆਂ ਹਨ। ਆਓ ਵਚਨ 18 ਨਾਲ ਜਾਰੀ ਰਹੀਏ। ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਜਦ ਸਾਂਝ ਹੋਈ ਤਾਂ ਉਹ 12 ਚੇਲਿਆਂ ਸਾਣੇ ਬੈਠਾ ਖਾਂਦਾ ਸੀ। ਆਓ ਇਹ ਦੇਖਣ ਲਈ ਕਿ ਯੀਸ਼ੂ ਅਤੇ ਉਹਨਾਂ ਦੇ ਚੇਲਿਆਂ ਨੇ ਕਿਵੇਂ ਪਸਾਹ ਮਨਾਇਆ। ਵਚਨ 26 ਉੱਤੇ ਜਾਈਏ। ਜਦ ਉਹ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਪਿਆਲੇ ਵਿੱਚ ਪਸਾਹ ਦਾ ਦਾਖਰਸ ਸੀ, ਕਿਉਂ ਜੋ ਨੇਮ ਦਾ ਇਹ ਅਰਥਾਤ ਪਸਾਹ ਦਾ ਦਾਖਰਸ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਰੋਟੀ ਲੈਂਦੇ ਹੋਏ ਯੀਸ਼ੂ ਨੇ ਕਿਹਾ, ਇਹ ਮੇਰੀ ਦੇਹ ਹੈ, ਅਤੇ ਦਾਖਰਸ ਦਿੰਦੇ ਹੋਏ ਉਹਨਾਂ ਨੇ ਕਿਹਾ, ਇਹ ਮੇਰਾ ਲਹੂ ਹੈ। ਯੀਸ਼ੂ ਨੇ ਸਾਨੂੰ ਸਿਖਾਇਆ ਕਿ ਇਹੀ ਨਵਾਂ ਨੇਮ ਹੈ। ਆਓ ਅਸੀਂ ਇਸ ਦ੍ਰਿਸ਼ ਨੂੰ ਲੂਕਾ ਅਧਿਆਇ 22 ਵਿੱਚ ਫਿਰ ਤੋਂ ਦੇਖੀਏ। ਅਧਿਆਇ 22 ਵਚਨ 7। ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ, ਅਤੇ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਇੱਕ ਇੱਕ ਘੱਲਿਆ, ਭਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ। ਉਹਨਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ? ਉਸ ਨੇ ਉਹਨਾਂ ਨੂੰ ਆਖਿਆ, ਵੇਖੋ, ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹਦੇ ਮਗਰ ਜਾਇਓ ਅਤੇ ਘਰ ਦੇ ਮਾਲਕ ਨੂੰ ਕਿਹੋ, ਭਈ ਗੁਰੂ ਜੀ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ? ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ, ਉੱਥੇ ਤਿਆਰ ਕਰੋ। ਸੋ ਉਹਨਾਂ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤੇਹੋ ਜਿਹਾ ਡਿੱਠਾ ਤੇ ਪਸਾਹ ਤਿਆਰ ਕੀਤਾ। ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। ਯੀਸ਼ੂ ਕੀ ਕਰਨਾ ਚਾਹੁੰਦੇ ਸੀ? ਇਸ ਦਾ ਇੱਕ ਕਾਰਨ ਸੀ ਕਿ ਯੀਸ਼ੂ ਨੂੰ ਪਸਾਹ ਮਨਾਉਣ ਦੀ ਵੱਡੀ ਲਾਲਸਾ ਕਿਉਂ ਸੀ। ਪਸਾਹ ਦੇ ਬਿਨਾਂ ਉਹਨਾਂ ਕੋਲ ਸਾਨੂੰ ਆਪਣੀ ਪਿਆਰੀ ਸੰਤਾਨਾਂ ਦੇ ਰੂਪ ਵਿੱਚ ਮੋਹਰ ਲਗਾਉਣ ਦਾ ਕੋਈ ਤਰੀਕਾ ਨਹੀਂ ਸੀ। ਜਦੋਂ ਅਸੀਂ ਪਰਮੇਸ਼ਵਰ ਦੀ ਪਵਿੱਤਰ ਦੇਹ ਅਤੇ ਕੀਮਤੀ ਲਹੂ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਦੇ ਹਾਂ, ਸਿਰਫ ਉਦੋਂ ਹੀ ਸਾਨੂੰ ਪਰਮੇਸ਼ਵਰ ਦੀ ਸੰਤਾਨ, ਉਹਨਾਂ ਦੇ ਪੁੱਤਰ ਅਤੇ ਧੀਆਂ ਦੇ ਰੂਪ ਵਿੱਚ ਸਵੀਕਾਰ ਕੀਤਾ ਜਾ ਸਕਦਾ ਹੈ। ਸਿਰਫ ਪਸਾਹ ਦੁਆਰਾ ਹੀ ਅਸੀਂ ਇਹਨਾਂ ਸਾਰੇ ਵਾਅਦਿਆਂ ਨੂੰ ਯੀਸ਼ੂ ਤੋਂ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਉਹਨਾਂ ਨੇ ਕਿਹਾ, ਮੈਨੂੰ ਇਹ ਪਸਾਹ ਖਾਣ ਦੀ ਵੱਡੀ ਲਾਲਸਾ ਸੀ। ਆਓ ਅਸੀਂ ਵਚਨ 19 ਨਾਲ ਜਾਰੀ ਰੱਖੀਏ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਪਸਾਹ ਦੀ ਰੋਟੀ ਬਾਰੇ ਯੀਸ਼ੂ ਨੇ ਇਸ ਨੂੰ ਆਪਣੀ ਦੇਹ ਦੇ ਰੂਪ ਵਿੱਚ ਹਵਾਲਾ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਆਪਣੀ ਦੇਹ ਦੇ ਰਿਹਾ ਹਾਂ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ,
ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਉਹਨਾਂ ਨੇ ਪਿਆਲਾ ਲਿਆ ਜਿਸ ਵਿੱਚ ਪਸਾਹ ਦਾ ਦਾਖਰਸ ਸੀ। ਪਸਾਹ ਦੀ ਰੋਟੀ ਯੀਸ਼ੂ ਮਸੀਹ ਦਾ ਮਾਸ ਹੈ ਅਤੇ ਪਸਾਹ ਦਾ ਦਾਖਰਸ ਉਹਨਾਂ ਦਾ ਕੀਮਤੀ ਲਹੂ ਹੈ। ਸਾਨੂੰ ਇਸ ਧਰਤੀ ਉੱਤੇ ਆਉਣਾ ਪਿਆ ਕਿਉਂਕਿ ਅਸੀਂ ਸਵਰਗ ਵਿੱਚ ਪਾਪ ਕੀਤਾ ਸੀ, ਪਰ ਪਰਮੇਸ਼ਵਰ ਨੇ ਆਪਣੇ ਬਲੀਦਾਨ ਦੁਆਰਾ ਸਾਨੂੰ ਆਪਣਾ ਪਵਿੱਤਰ ਮਾਸ ਅਤੇ ਕੀਮਤੀ ਲਹੂ ਦਿੱਤਾ। ਇਸ ਦੇ ਇਲਾਵਾ ਉਹਨਾਂ ਨੇ ਸਾਨੂੰ ਇਸ ਗੱਲ ਪ੍ਰਤੀ ਜਾਗਰੂਕ ਕੀਤਾ ਕਿ ਇਹ ਨਵਾਂ ਨੇਮ ਹੈ। ਜੇਕਰ ਅਸੀਂ ਮਸੀਹ ਦੇ ਬਲੀਦਾਨ ਦੁਆਰਾ ਉਹਨਾਂ ਦੀ ਕੀਮਤੀ ਦੇਹ ਅਤੇ ਲਹੂ ਨੂੰ ਪ੍ਰਾਪਤ ਨਾ ਕਰੀਏ, ਫਿਰ ਅਸੀਂ ਕਦੇ ਵੀ ਪਾਪਾਂ ਦੀ ਮਾਫੀ ਪ੍ਰਾਪਤ ਨਹੀਂ ਕਰ ਸਕਦੇ ਅਤੇ ਨਾ ਹੀ ਆਪਣੇ ਸਵਰਗੀ ਘਰ ਮੁੜ ਸਕਦੇ ਹਾਂ ਜੋ ਸਵਰਗ ਦਾ ਰਾਜ ਹੈ। ਪਸਾਹ ਦੇ ਬਿਨਾਂ ਅਸੀਂ ਕਦੇ ਵੀ ਪਰਮੇਸ਼ਵਰ ਨੂੰ ਹੇ ਅੱਬਾ, ਹੇ ਪਿਤਾ ਅਤੇ ਮਾਤਾ ਨਹੀਂ ਕਹਿ ਸਕਦੇ। ਪਸਾਹ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ, ਉਹ ਇੱਕ ਸਮਾਰੋਹ ਹੈ ਜਿਸ ਦੇ ਰਾਹੀਂ ਮਸੀਹ ਸਾਨੂੰ ਆਪਣਾ ਪਵਿੱਤਰ ਮਾਸ ਖਾਣ ਅਤੇ ਆਪਣਾ ਪਵਿੱਤਰ ਲਹੂ ਪੀਣ ਦੀ ਇਜਾਜ਼ਤ ਦੇ ਕੇ ਸਾਡੇ ਉੱਤੇ ਆਪਣੀ ਕੀਮਤੀ ਸਵਰਗੀ ਸੰਤਾਨ ਦੇ ਰੂਪ ਵਿੱਚ ਮੋਹਰ ਲਗਾਉਂਦੇ ਅਤੇ ਸਵੀਕਾਰ ਕਰਦੇ ਹਨ। ਸੰਤਾਨਾਂ ਨੂੰ ਆਪਣੇ ਮਾਤਾ-ਪਿਤਾ ਦਾ ਮਾਸ ਅਤੇ ਲਹੂ ਵਿਰਾਸਤ ਵਿੱਚ ਮਿਲਣਾ ਚਾਹੀਦਾ ਹੈ। ਨਵੇਂ ਨੇਮ ਦੇ ਪਸਾਹ ਦੀ ਸੱਚਾਈ ਦੁਆਰਾ ਪਰਮੇਸ਼ਵਰ ਨੇ ਸਾਡੇ ਲਈ ਉਸ ਦੇ ਪੁੱਤਰ ਅਤੇ ਧੀਆਂ ਬਣਨ ਦਾ ਇੱਕ ਕੀਮਤੀ ਨੇਮ ਸਥਾਪਿਤ ਕੀਤਾ। ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ, ਪਾਪਾਂ ਦੀ ਮਾਫੀ ਅਤੇ ਵਿਪਤਾਵਾਂ ਤੋਂ ਬਚਾਉਣ ਦਾ ਨਿਸ਼ਾਨ ਵੀ ਦਿੱਤਾ। ਇਹ ਸਾਰੇ ਵਾਅਦੇ ਪਸਾਹ ਦੁਆਰਾ ਦਿੱਤੇ ਜਾਂਦੇ ਹਨ। ਜਦੋਂ ਅਸੀਂ ਆਪਣੇ ਸਵਰਗੀ ਘਰ ਮੁੜਾਂਗੇ, ਤਦ ਬਹੁਤ ਸਾਰੇ ਲੋਕ ਪਰਮੇਸ਼ਵਰ ਕੋਲ ਆਉਣਗੇ ਅਤੇ ਕਹਿਣਗੇ, ਹੇ ਪ੍ਰਭੂ, ਅਸੀਂ ਤੇਰੇ ਨਾਮ ਤੋਂ ਭਵਿੱਖਬਾਣੀ ਕੀਤੀ, ਤੇਰੇ ਨਾਮ ਤੋਂ ਦੁਸ਼ਟ ਆਤਮਾਵਾਂ ਨੂੰ ਵੀ ਕੱਢਿਆ, ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਸੀ। ਪਰ ਪਰਮੇਸ਼ਵਰ ਪੁਸ਼ਟੀ ਕਰਨਗੇ ਕਿ ਉਹਨਾਂ ਵਿੱਚ ਇੱਕ ਚੀਜ਼ ਹੈ ਜਾਂ ਨਹੀਂ। ਉਹ ਪੁਸ਼ਟੀ ਕਰਨਗੇ ਕਿ ਉਹਨਾਂ ਵਿੱਚ ਪਰਮੇਸ਼ਵਰ ਦਾ ਮਾਸ ਅਤੇ ਲਹੂ ਹੈ ਜਾਂ ਨਹੀਂ। ਉਹ ਸਾਰੇ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਮਾਸ ਅਤੇ ਲਹੂ ਹੈ, ਉਹਨਾਂ ਦੀ ਸੰਤਾਨ ਦੇ ਰੂਪ ਵਿੱਚ ਸਵੀਕਾਰ ਕੀਤੇ ਜਾਣਗੇ। ਆਓ ਇਸ ਦੇ ਬਾਰੇ 2 ਕੁਰਿੰਥੀਓ ਅਧਿਆਇ 6 ਵਿੱਚ ਪੜ੍ਹੀਏ। ਸਾਨੂੰ ਇਹਨਾਂ ਸਾਰੀਆਂ ਸਿੱਖਿਆਵਾਂ ਨੂੰ ਪਰਮੇਸ਼ਵਰ ਦੇ ਨੇਮ ਦੇ ਰੂਪ ਵਿੱਚ ਸਵੀਕਾਰ ਕਰਨ ਅਤੇ ਉਹਨਾਂ ਨੂੰ ਵਿਸ਼ਵਾਸ ਵਿੱਚ ਬਦਲਣ ਵਿੱਚ ਸਫਲ ਹੋਣਾ ਚਾਹੀਦਾ ਹੈ। ਆਓ ਅਸੀਂ 2 ਕੁਰਿੰਥੀਓ ਅਧਿਆਇ 6 ਵਚਨ 17 ਉੱਤੇ ਜਾਈਏ। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ, ਪ੍ਰਭੂ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਔਰ ਮੈਂ ਤੁਹਾਡਾ ਪਰਮੇਸ਼ਵਰ ਤੁਹਾਡੇ ਕੀ ਹੋਣਗੇ ਔਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਪਰਮੇਸ਼ਵਰ ਸਾਡੇ ਪਿਤਾ ਹਨ ਅਤੇ ਅਸੀਂ ਉਹਨਾਂ ਦੇ ਪੁੱਤਰ ਅਤੇ ਧੀਆਂ ਹਾਂ। ਤਦ ਇੱਕ ਸੰਤਾਨ ਨੂੰ ਆਪਣੇ ਪਿਤਾ ਮਾਤਾ ਦੇ ਮਾਸ ਅਤੇ ਲਹੂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਉਦਾਹਰਨ ਲਈ, ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਮਾਤਾ-ਪਿਤਾ ਕੌਣ ਹਨ, ਤਦ ਤੁਸੀਂ ਆਪਣੇ ਲਹੂ ਜਾਂ ਆਪਣੇ ਸਰੀਰ ਦੇ ਕੁਝ ਅੰਗਾਂ ਤੋਂ ਆਪਣਾ DNA ਪਰੀਖਣ ਕਰਵਾ ਸਕਦੇ ਹੋ। ਉਦੋਂ ਤੁਸੀਂ ਨਿਸ਼ਚਿਤ ਰੂਪ ਨਾਲ ਜਾਣ ਸਕਦੇ ਹੋ ਕਿ ਤੁਹਾਡੇ ਮਾਤਾ-ਪਿਤਾ ਕੌਣ ਹਨ। ਅਜਿਹਾ ਇਸ ਲਈ ਹੈ ਕਿਉਂਕਿ ਮਾਤਾ-ਪਿਤਾ ਦਾ ਮਾਸ ਅਤੇ ਲਹੂ ਉਹਨਾਂ ਦੀ ਸੰਤਾਨ ਨੂੰ ਦਿੱਤਾ ਜਾਂਦਾ ਹੈ। ਇਸ ਸਿਧਾਂਤ ਦੁਆਰਾ ਯੀਸ਼ੂ ਮਸੀਹ ਨੇ ਸਾਡੇ ਨਾਲ ਇੱਕ ਨੇਮ ਸਥਾਪਿਤ ਕੀਤਾ, ਜਿਸ ਵਿੱਚ ਇਹ ਪ੍ਰਗਟ ਕੀਤਾ ਗਿਆ ਕਿ ਪਸਾਹ ਦੀ ਰੋਟੀ ਅਤੇ ਦਾਖਰਸ ਉਹਨਾਂ ਦਾ ਮਾਸ ਅਤੇ ਲਹੂ ਹੈ, ਅਤੇ ਉਹਨਾਂ ਨੇ ਇਹ ਕਹਿੰਦੇ ਹੋਏ ਇਸ ਉੱਤੇ ਮੋਹਰ ਲਗਾਈ, ਜੋ ਕੋਈ ਪਸਾਹ ਮਨਾਉਂਦਾ ਹੈ ਉਹ ਮੇਰੀ ਸੰਤਾਨ ਹੈ। ਪਰਮੇਸ਼ਵਰ ਨੇ ਯੂਹੰਨਾ ਅਧਿਆਇ 6 ਵਿੱਚ ਵਾਅਦਾ ਕੀਤਾ ਸੀ ਕਿ ਪਸਾਹ ਮਨਾਉਣ ਵਾਲਿਆਂ ਨੂੰ ਸਦੀਪਕ ਜੀਵਨ ਦਿੱਤਾ ਜਾਵੇਗਾ। ਯੂਹੰਨਾ ਅਧਿਆਇ 6 ਵਚਨ 53 ਵਿੱਚ ਇਹ ਲਿਖਿਆ ਹੈ, ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ, ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਇੱਥੇ ਮਨੁੱਖ ਦਾ ਪੁੱਤਰ ਯੀਸ਼ੂ ਮਸੀਹ ਨੂੰ ਸੰਕੇਤ ਕਰਦਾ ਹੈ। ਅਸੀਂ ਯੀਸ਼ੂ ਦਾ ਮਾਸ ਕਿਵੇਂ ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਕਿਵੇਂ ਪੀ ਸਕਦੇ ਹਾਂ? ਕੀ ਯੀਸ਼ੂ ਨੇ ਸਾਨੂੰ ਨਵੇਂ ਨੇਮ ਦੇ ਪਸਾਹ ਦੁਆਰਾ ਆਪਣਾ ਮਾਸ ਖਾਣ ਅਤੇ ਆਪਣਾ ਲਹੂ ਪੀਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਬਾਰੇ ਅਸੀਂ ਪਹਿਲਾਂ ਮਤੀ ਅਤੇ ਲੂਕਾ ਦੀ ਅੰਜੀਲ ਵਿੱਚ ਪੜ੍ਹਿਆ ਸੀ? ਵਚਨ 54 ਵਿੱਚ ਇਹ ਲਿਖਿਆ ਹੈ, ਜੋ ਕੋਈ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜਿਉਣ ਉਸੇ ਦਾ ਹੈ। ਜੇਕਰ ਅਸੀਂ ਪਸਾਹ ਦੀ ਰੋਟੀ ਅਤੇ ਦਾਖਰਸ, ਜੋ ਯੀਸ਼ੂ ਦੇ ਮਾਸ ਅਤੇ ਲਹੂ ਨੂੰ ਸੰਕੇਤ ਕਰਦਾ ਹੈ, ਖਾਂਦੇ ਅਤੇ ਪੀਂਦੇ ਹਾਂ, ਤਦ ਸਾਡੇ ਕੋਲ ਕੀ ਹੋਵੇਗਾ? ਸਾਡੇ ਕੋਲ ਸਦੀਪਕ ਜੀਵਨ ਹੋਵੇਗਾ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ, ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਸ ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ,
ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਜੋ ਰੋਟੀ ਸੁਰਗੋਂ ਉਤਰੀ ਸੋ ਇਹੋ ਹੈ, ਜਿਵੇਂ ਵੱਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ, ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਕਦੋਂ ਤੱਕ ਜਿਉਂਦਾ ਰਹਿ ਸਕਦਾ ਹੈ? ਉਹ ਸਦਾ ਜਿਉਂਦਾ ਰਹੇਗਾ। ਸਵਰਗ ਦਾ ਰਾਜ ਉਹਨਾਂ ਲਈ ਹੈ ਜੋ ਯੀਸ਼ੂ ਦਾ ਮਾਸ ਖਾਂਦੇ ਅਤੇ ਉਹਨਾਂ ਦਾ ਲਹੂ ਪੀਂਦੇ ਹਨ। ਸਵਰਗ ਵਿੱਚ ਮੌਤ ਨਹੀਂ ਹੈ। ਅੱਜ ਪਸਾਹ ਦਾ ਪਰਬ ਸਿਰਫ ਇੱਕ ਸਮਾਰੋਹ ਨਹੀਂ ਹੈ, ਬਲਕਿ ਪਰਮੇਸ਼ਵਰ ਦੁਆਰਾ ਸਾਨੂੰ ਦਿੱਤਾ ਗਿਆ ਇੱਕ ਵਾਅਦਾ ਹੈ। ਸਾਰੇ ਲੋਕੋ, ਸਾਰੇ ਨੋਟ ਕਾਗਜ਼ ਦੇ ਟੁਕੜੇ ਹਨ, ਭਾਵੇਂ ਉਹ 100 ਰੁਪਏ ਦਾ ਨੋਟ ਹੋਵੇ ਜਾਂ 1 ਲੱਖ ਰੁਪਏ ਦਾ ਚੈੱਕ ਜਾਂ ਭਾਵੇਂ 10 ਲੱਖ ਰੁਪਏ ਦਾ ਚੈੱਕ ਹੋਵੇ। ਪਰ ਕਾਗਜ਼ ਦੇ ਟੁਕੜੇ ਉੱਤੇ ਲਿਖੇ ਵੱਖ-ਵੱਖ ਅੰਕਾਂ ਦੇ ਕਾਰਨ ਉਸ ਦਾ ਕੀ ਹੁੰਦਾ ਹੈ? ਉਸ ਦਾ ਮੁੱਲ ਬਦਲ ਜਾਂਦਾ ਹੈ। ਕੀ ਇਹ ਸੱਚ ਨਹੀਂ? ਇੱਕ ਕਾਗਜ਼ ਦਾ ਟੁਕੜਾ 1 ਲੱਖ ਰੁਪਏ ਬਣ ਜਾਂਦਾ ਹੈ ਅਤੇ ਦੂਸਰਾ ਕਾਗਜ਼ ਦਾ ਟੁਕੜਾ 10 ਲੱਖ ਰੁਪਏ ਬਣ ਜਾਂਦਾ ਹੈ। ਜੇਕਰ ਕਿਸ ਨੋਟ ਉੱਤੇ 10 ਨੰਬਰ ਲਿਖਿਆ ਹੈ ਤਾਂ ਤੁਸੀਂ 10 ਰੁਪਏ ਦੀ ਚੀਜ਼ ਖਰੀਦ ਸਕਦੇ ਹੋ। ਭਾਵੇਂ ਹੀ ਇਹ ਸਿਰਫ ਕਾਗਜ਼ ਦਾ ਇੱਕ ਟੁਕੜਾ ਹੈ, ਫਿਰ ਵੀ ਉਸ ਨੋਟ ਵਿੱਚ ਇਹ ਵਾਅਦਾ ਹੈ। ਉਹ ਕਾਗਜ਼ ਨਹੀਂ ਹੈ ਜਿਸ ਦਾ ਮੁੱਲ ਹੈ, ਬਲਕਿ ਉਹ ਕੀ ਹੈ ਜੋ ਉਸ ਨੂੰ ਮੁੱਲ ਦਿੰਦਾ ਹੈ? ਉਹ ਉਸ ਵਿੱਚ ਸ਼ਾਮਿਲ ਵਾਅਦਾ ਹੈ। ਜੇਕਰ ਕੋਈ ਯੁੱਧ ਛਿੜ ਜਾਂਦਾ ਹੈ ਜਾਂ ਕੁਝ ਅਚਾਨਕ ਘਟਨਾ ਹੁੰਦੀ ਹੈ ਅਤੇ ਨੋਟ ਹੁਣ ਉਹਨਾਂ ਨਾਲ ਜੁੜੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਦੇ ਹਨ, ਤਦ ਸਾਡੇ ਕੋਲ ਜੋ ਵੀ ਪੈਸਾ ਹੋਵੇਗਾ ਉਹ ਕਾਗਜ਼ ਦੇ ਟੁਕੜੇ ਦੇ ਇਲਾਵਾ ਹੋਰ ਕੁਝ ਨਹੀਂ ਹੋਵੇਗਾ। ਤੁਹਾਡੇ ਕੋਲ ਜੋ ਪੈਸੇ ਹਨ ਉਸ ਦਾ ਮੁੱਲ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਉਸ ਕੋਲ ਜੋ ਵਾਅਦੇ ਹਨ ਉਹ ਵੀ ਪ੍ਰਾਪਤ ਹੋਣ। ਕੀ ਇਹ ਸੱਚ ਨਹੀਂ? ਰੋਟੀ ਦਾ ਟੁਕੜਾ ਅਤੇ ਦਾਖਰਸ ਦਾ ਪਿਆਲਾ ਜਿਸ ਨੂੰ ਅੱਜ ਅਸੀਂ ਖਾਂਦੇ ਅਤੇ ਪੀਂਦੇ ਹਾਂ, ਉਸ ਵਿੱਚ ਪਰਮੇਸ਼ਵਰ ਦਾ ਵਾਅਦਾ ਹੈ। ਪੈਰ ਧੋਣ ਦੀ ਵਿਧੀ ਵਿੱਚ ਵੀ ਪਰਮੇਸ਼ਵਰ ਦਾ ਵਾਅਦਾ ਹੈ। ਭਾਵੇਂ ਇਹ ਰੋਟੀ ਦਾ ਇੱਕ ਟੁਕੜਾ ਹੈ, ਫਿਰ ਵੀ ਇਹ ਸਿਰਫ ਸਧਾਰਨ ਰੋਟੀ ਨਹੀਂ ਹੈ, ਕਿਉਂਕਿ ਇਸ ਵਿੱਚ ਨੇਮ ਸ਼ਾਮਿਲ ਹੈ। ਇਹ ਜੀਵਨ ਦੀ ਰੋਟੀ ਜਿਸ ਦਾ ਵਾਅਦਾ ਪਰਮੇਸ਼ਵਰ ਨੇ ਕੀਤਾ ਹੈ, ਅਤੇ ਇਹ ਮਸੀਹ ਦੀ ਪਵਿੱਤਰ ਦੇਹ ਹੈ ਜਿਸ ਦਾ ਵਾਅਦਾ ਪਰਮੇਸ਼ਵਰ ਨੇ ਕੀਤਾ ਹੈ। ਭਾਵੇਂ ਇਹ ਸਿਰਫ ਇੱਕ ਦਾਖਰਸ ਦੇ ਪਿਆਲੇ ਵਾਂਗ ਲੱਗ ਸਕਦਾ ਹੈ, ਇਹ ਨੇਮ ਦਾ ਦਾਖਰਸ ਹੈ ਜਿਸ ਵਿੱਚ ਪਰਮੇਸ਼ਵਰ ਦਾ ਵਾਅਦਾ ਸ਼ਾਮਿਲ ਹੈ। ਇਸ ਲਈ ਜਦੋਂ ਅਸੀਂ ਮਨੁੱਖ ਦੇ ਪੁੱਤਰ ਦਾ ਮਾਸ ਖਾਂਦੇ ਹਾਂ ਅਤੇ ਉਸ ਦਾ ਲਹੂ ਪੀਂਦੇ ਹਾਂ, ਤਦ ਸਾਡੇ ਕੋਲ ਕੀ ਹੁੰਦਾ ਹੈ? ਯੀਸ਼ੂ ਨੇ ਕਿਹਾ, ਤੁਹਾਡੇ ਕੋਲ ਸਦੀਪਕ ਜੀਵਨ ਹੋਵੇਗਾ ਅਤੇ ਮੈਂ ਤੁਹਾਨੂੰ ਅੰਤਿਮ ਦਿਨ ਫਿਰ ਜਿਉਂਦਾ ਉਠਾਵਾਂਗਾ। ਅੱਜ ਅਸੀਂ ਜਿਸ ਪਸਾਹ ਨੂੰ ਮਨਾ ਰਹੇ ਹਾਂ, ਇਹ ਉਹ ਦਿਨ ਹੈ ਜਿਸ ਵਿੱਚ ਇਹ ਕੀਮਤੀ ਨੇਮ ਸ਼ਾਮਿਲ ਹੈ। ਫਿਰ ਕੀ ਸੰਸਾਰ ਦੇ ਸਾਰੇ ਚਰਚ ਇਸ ਪਸਾਹ ਨੂੰ ਮਨਾਉਂਦੇ ਹਨ? ਉਹ ਨਹੀਂ ਮਨਾਉਂਦੇ। ਅਜਿਹਾ ਕਿਉਂ ਹੈ? ਉਹ ਇਸ ਨੂੰ ਕਿਉਂ ਨਹੀਂ ਮਨਾਉਂਦੇ? ਇਸ ਯੁੱਗ ਵਿੱਚ ਪਸਾਹ ਲਿਆਉਣ ਵਾਲਾ ਕੌਣ ਹੈ? ਕੋਈ ਹੋਰ ਨਹੀਂ, ਸਿਰਫ ਪਰਮੇਸ਼ਵਰ ਪਸਾਹ ਲਿਆ ਸਕਦੇ ਹਨ। ਇਹ ਸਾਰਾ ਪਰਮੇਸ਼ਵਰ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਪਰਮੇਸ਼ਵਰ ਨੇ ਨਵੇਂ ਨੇਮ ਦੀ ਪਸਾਹ ਦੀ ਸੱਚਾਈ ਨੂੰ 1600 ਸਾਲਾਂ ਤੱਕ ਗੁਪਤ ਰੱਖਿਆ, ਤਾਂ ਜੋ ਜਦੋਂ ਪਰਮੇਸ਼ਵਰ ਅੰਤ ਦੇ ਦਿਨਾਂ ਵਿੱਚ ਇਸ ਧਰਤੀ ਉੱਤੇ ਆਉਣ, ਤਦ ਅਸੀਂ ਉਹਨਾਂ ਨੂੰ ਪਹਿਚਾਣ ਸਕੀਏ। ਪਰਮੇਸ਼ਵਰ ਨੇ ਕਿਹਾ, ਜਦੋਂ ਮੈਂ ਇਸ ਧਰਤੀ ਉੱਤੇ ਨਵਾਂ ਨੇਮ ਦੇ ਪਸਾਹ ਦੀ ਸੱਚਾਈ ਦੀ ਘੋਸ਼ਣਾ ਕਰਾਂਗਾ, ਤਦ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਮੈਂ ਹਾਂ। ਇਹ ਬਾਈਬਲ ਵਿੱਚ ਸਥਾਪਿਤ ਪਰਮੇਸ਼ਵਰ ਦਾ ਨੇਮ ਹੈ। ਆਓ ਅਸੀਂ ਯਸ਼ਾਇਆ ਦੀ ਕਿਤਾਬ ਅਧਿਆਇ 25 ਉੱਤੇ ਜਾ ਕੇ ਉਸ ਦੀ ਪੁਸ਼ਟੀ ਕਰੀਏ। ਅਧਿਆਇ 25 ਵਚਨ 6। ਇਸੇ ਪਹਾੜ ਤੇ ਸੈਨਾ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਤ ਕਰੇਗਾ, ਪੁਰਾਣੀਆਂ ਮੱਦਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮੱਦਾਂ। ਪਰਮੇਸ਼ਵਰ ਨੇ ਕਿਹਾ ਕਿ ਉਹ ਭੋਜ ਦਾ ਪ੍ਰਬੰਧ ਕਰਨਗੇ ਜਿਸ ਵਿੱਚ ਬਹੁਤ ਪੁਰਾਣੀਆਂ ਮੱਦਾਂ ਹੋਣਗੀਆਂ। ਆਓ ਵਚਨ 7 ਨਾਲ ਜਾਰੀ ਰੱਖੀਏ। ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਝੱਪ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਇਸ ਭੋਜ ਦੁਆਰਾ ਪਰਮੇਸ਼ਵਰ ਕਿਸ ਦਾ ਨਾਸ਼ ਕਰਨਗੇ? ਪਰਮੇਸ਼ਵਰ ਨੇ ਇੱਕ ਭੋਜ ਕੀਤਾ ਜੋ ਮੌਤ ਨੂੰ ਸਦਾ ਲਈ ਝੱਪ ਲਵੇਗਾ। ਮੌਤ ਦਾ ਸਦਾ ਲਈ ਨਾਸ਼ ਕਰਨ ਦਾ ਮਤਲਬ ਹੈ ਕਿ ਉਹ ਸਾਨੂੰ ਸਦੀਪਕ ਜੀਵਨ ਦੇਣਗੇ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਮੇਸ਼ਾ ਜਿਉਂਦੇ ਰਹਾਂਗੇ? ਫਿਰ ਪਰਮੇਸ਼ਵਰ ਮੌਤ ਨੂੰ ਸਦਾ ਲਈ ਕਿਵੇਂ ਝੱਪਣਗੇ? ਉਹ ਪੁਰਾਣੀਆਂ ਮੱਦਾਂ ਦੁਆਰਾ ਮੌਤ ਨੂੰ ਝੱਪਣਗੇ। ਬਾਈਬਲ ਦੀਆਂ 66 ਕਿਤਾਬਾਂ ਵਿੱਚ ਪਰਮੇਸ਼ਵਰ ਕਿਸ ਨੇਮ ਦੁਆਰਾ, ਦਾਖਰਸ ਦੁਆਰਾ ਸਦੀਪਕ ਜੀਵਨ ਦਾ ਵਾਅਦਾ ਕਰਦੇ ਹਨ? ਇਹ ਕਿਹੜਾ ਪਰਬ ਹੈ?
ਜਿਸ ਦਿਨ ਪਰਮੇਸ਼ਵਰ ਮਨੁੱਖ ਦੇ ਪੁੱਤਰ ਦਾ ਮਾਂਸ ਅਤੇ ਲਹੂ ਖਾਣ ਅਤੇ ਪੀਣ ਵਾਲੇ ਨੂੰ ਸਦੀਪਕ ਜੀਵਨ ਦੇਣ ਦਾ ਵਾਅਦਾ ਕਰਦੇ ਹਨ, ਉਹ ਪਸਾਹ ਦਾ ਪਰਬ ਹੈ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ। ਪਰਮੇਸ਼ਵਰ ਨੇ ਕਿਹਾ, ਜਦੋਂ ਮੈਂ ਇਸ ਧਰਤੀ ਉੱਤੇ ਆਵਾਂਗਾ ਅਤੇ ਇਹ ਸਭ ਕਰਾਂਗਾ, ਤਦ ਜਾਣ ਲਿਓ ਕਿ ਮੈਂ ਪਰਮੇਸ਼ਵਰ ਹਾਂ। ਆਓ ਅਸੀਂ ਪਰਮੇਸ਼ਵਰ ਦੇ ਇਹਨਾਂ ਵਚਨਾਂ ਨੂੰ ਵਚਨ 8 ਵਿੱਚ ਦੇਖੀਏ। ਉਹ ਮੌਤ ਨੂੰ ਸਦਾ ਲਈ ਝਾਫ ਲਵੇਗਾ ਅਤੇ ਪ੍ਰਭੂ ਯਹੋਵਾ ਸਾਰਿਆਂ ਮੂੰਹਾਂ ਤੋਂ ਅੰਜੂ ਪੂੰਝ ਸੁੱਟੇਗਾ ਅਤੇ ਆਪਣੀ ਪ੍ਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾ ਦਾ ਬੋਲ ਹੈ। ਉਸ ਦਿਨ ਆਖਿਆ ਜਾਵੇਗਾ, ਉਹ ਕੌਣ ਹੈ ਜੋ ਪੁਰਾਣੀਆਂ ਮਦਾਂ ਨਾਲ ਮੌਤ ਨੂੰ ਝਾਫ ਲੈਣਗੇ? ਦੂਸਰੇ ਸ਼ਬਦਾਂ ਵਿੱਚ, ਉਹ ਕੌਣ ਹੈ ਜੋ ਜੀਵਨ ਦੀ ਸੱਚਾਈ ਪਸਾਹ ਦੇ ਪਰਵ ਨਾਲ ਭੋਜ ਤਿਆਰ ਕਰਦਾ ਹੈ? ਵੇਖੋ, ਇਹ ਸਾਡਾ ਪਰਮੇਸ਼ਵਰ ਹੈ। ਅਸੀਂ ਉਹਨੂੰ ਉਡੀਕਦੇ ਸਾਂ ਅਤੇ ਕੀ ਕਰੇ? ਉਹ ਸਾਨੂੰ ਬਚਾਵੇਗਾ। ਇਹ ਯਹੋਵਾ ਹੈ। ਅਸੀਂ ਉਹਦੀ ਉਡੀਕਦੇ ਸਾਂ। ਅਸੀਂ ਉਹਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ। ਸਾਰੇ ਲੋਕੋ, ਦੁਨੀਆ ਵਿੱਚ ਕਈ ਚਰਚ ਹਨ, ਪਰ ਉਹ ਪਸਾਹ ਨਹੀਂ ਮਨਾਉਂਦੇ। ਭਾਵੇਂ ਪਰਮੇਸ਼ਵਰ ਨੇ ਇਸ ਨੂੰ ਬਾਈਬਲ ਵਿੱਚ ਬਹੁਤ ਸਪਸ਼ਟ ਕੀਤਾ ਹੈ, ਫਿਰ ਵੀ ਉਹ ਇਸ ਨੂੰ ਨਹੀਂ ਮਨਾਉਂਦੇ। ਯੀਸ਼ੂ ਨੇ ਕਿਹਾ ਕਿ ਉਹਨਾਂ ਨੂੰ ਪਸਾਹ ਮਨਾਉਣ ਦੀ ਵੱਡੀ ਇੱਛਾ ਸੀ। ਰਸੂਲ ਪਤਰਸ, ਰਸੂਲ ਯੂਹੰਨਾ, ਬਾਕੀ ਚੇਲਿਆਂ ਅਤੇ ਪਹਿਲੇ ਚਰਚ ਦੇ ਸੰਤਾਂ ਨੇ ਪਸਾਹ ਨੂੰ ਕਿਰਪਾਪੂਰਨ ਮਨਾਇਆ। ਫਿਰ ਵੀ ਅੱਜ ਦੁਨੀਆ ਭਰ ਦੇ ਚਰਚ ਇਸ ਨੂੰ ਨਹੀਂ ਮਨਾਉਂਦੇ। ਇਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਪਰਮੇਸ਼ਵਰ ਨੇ ਕੀ ਕਿਹਾ ਕਿ ਉਹ ਉਹਨਾਂ ਨਾਲ ਕੀ ਕਰਨਗੇ ਜੋ ਪਸਾਹ ਨਹੀਂ ਮਨਾਉਣਗੇ? ਆਓ ਇਬਰਾਨੀਆਂ ਦੀ ਕਿਤਾਬ ਅਧਿਆਇ 10 ਪੜ੍ਹੀਏ। ਅਧਿਆਇ 10 ਵਚਨ 26। ਜੋ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ, ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ, ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਸ ਕਿਸੇ ਨੇ ਮੂਸਾ ਦੀ ਸ਼ਰ੍ਹਾਂ ਦੀ ਟਾਲਣਾ ਕੀਤੀ ਹੋਵੇ, ਉਹ 2 ਜਾਂ 3 ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ। ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਕੁ ਹੋਰ ਵੀ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ, ਜਿਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਕੀ ਹੈ? ਜਿਸ ਨੇ ਸਾਨੂੰ ਪਵਿੱਤਰ ਕੀਤਾ। ਇਹ ਨਵੇਂ ਨੇਮ ਦੇ ਪਸਾਹ ਦਾ ਦਾਖਰਸ ਹੈ, ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ। ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ। ਪਰਮੇਸ਼ਵਰ ਨੇ ਕਿਹਾ, ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਬਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਮਤੀ ਦੀ ਇੰਜੀਲ ਵਿੱਚ ਉਹਨਾਂ ਨੇ ਇਹ ਕਹਿੰਦੇ ਹੋਏ ਪਸਾਹ ਦਾ ਦਾਖਰਸ ਦਿੱਤਾ, ਇਹ ਨੇਮ ਦਾ ਮੇਰਾ ਲਹੂ ਹੈ। ਬਾਈਬਲ ਅਤੇ ਨਬੀ ਸਾਨੂੰ ਦੱਸਦੇ ਹਨ ਕਿ ਇਹ ਨਿਸ਼ਚਿਤ ਹੈ ਕਿ ਜੋ ਲੋਕ ਇਸ ਨੂੰ ਅਪਵਿੱਤਰ ਮੰਨਦੇ ਹਨ, ਉਹਨਾਂ ਨੂੰ ਦੰਡਿਤ ਕੀਤਾ ਜਾਵੇਗਾ। ਅੱਜ ਦੁਨੀਆ ਭਰ ਦੇ ਸਿਯੋਨ ਵਿੱਚ ਦੂਸਰਾ ਪਸਾਹ ਮਨਾਇਆ ਜਾ ਰਿਹਾ ਹੈ। ਅੰਤ ਵਿੱਚ ਆਓ ਅਸੀਂ ਦੂਸਰਾ ਥਿਸਲੋਨੀਕੀਆਂ ਦੀ ਕਿਤਾਬ ਅਧਿਆਇ 1 ਉੱਤੇ ਇੱਕ ਨਜ਼ਰ ਪਾਈਏ। ਪਸਾਹ ਦਾ ਪਰਬ ਦੁਬਾਰਾ ਸਥਾਪਿਤ ਕੀਤਾ ਗਿਆ ਹੈ, ਕਿਉਂਕਿ ਪਰਮੇਸ਼ਵਰ ਆ ਚੁੱਕੇ ਹਨ ਅਤੇ ਚਰਚ ਆਫ ਗੋਡ ਪਸਾਹ ਮਨਾਉਂਦਾ ਹੈ। ਅਧਿਆਇ 1 ਵਚਨ 7 ਕਹਿੰਦਾ ਹੈ, ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ ਸਾਡੇ ਨਾਲ ਸੁੱਖ ਦੇਵੇ। ਉਸ ਸਮੇਂ ਜਾਂ ਪ੍ਰਭੂ ਯੀਸ਼ੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਆਕਾਸ਼ੋਂ ਪ੍ਰਗਟ ਹੋਵੇਗਾ। ਪਰਮੇਸ਼ਵਰ ਭੜਕਦੀ ਅੱਗ ਨਾਲ ਸਵਰਗ ਤੋਂ ਕਦੋਂ ਪ੍ਰਗਟ ਹੋਣਗੇ? ਉਹ ਅੰਤਿਮ ਨਿਆਂ ਦੇ ਸਮੇਂ ਪ੍ਰਗਟ ਹੋਣਗੇ। ਜਦੋਂ ਉਹ ਸਮਾਂ ਆਵੇਗਾ, ਤਦ ਪਰਮੇਸ਼ਵਰ ਕੀ ਕਰਨਗੇ? ਅਤੇ ਜਿਹੜੇ ਪਰਮੇਸ਼ਵਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯੀਸ਼ੂ ਦੀ ਇੰਜੀਲ ਨੂੰ ਨਹੀਂ ਮੰਨਦੇ, ਉਹਨਾਂ ਨੂੰ ਬਦਲਾ ਦੇਵੇਗਾ। ਅੱਜ ਅਸੀਂ ਲੋਕ ਪਸਾਹ ਮਨਾਉਂਦੇ ਹਾਂ ਅਤੇ ਹੋਰ ਚਰਚਾਂ ਵਿੱਚ ਅਜਿਹੇ ਲੋਕ ਹਨ ਜੋ ਇਸ ਨੂੰ ਨਹੀਂ ਮਨਾਉਂਦੇ। ਇਹ ਠੀਕ 3500 ਸਾਲ ਪਹਿਲਾਂ ਵਰਗਾ ਹੈ, ਜਦੋਂ ਇਜ਼ਰਾਈਲੀਆਂ ਨੇ ਪਸਾਹ ਮਨਾਇਆ ਅਤੇ ਮਿਸਰੀਆਂ ਨੇ ਇਸ ਨੂੰ ਨਹੀਂ ਮਨਾਇਆ। ਪਰਮੇਸ਼ਵਰ ਨੇ ਬਿਪਤਾ ਭੇਜ ਕੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਿਨ੍ਹਾਂ ਨੇ ਪਸਾਹ ਨਹੀਂ ਮਨਾਇਆ, ਅਤੇ ਉਹਨਾਂ ਨੇ ਇਜ਼ਰਾਈਲੀ ਪਰਿਵਾਰਾਂ ਦੀ ਰੱਖਿਆ ਕੀਤੀ ਜਿਨ੍ਹਾਂ ਨੇ ਪਸਾਹ ਮਨਾਇਆ ਸੀ। ਇੱਥੋਂ ਤੱਕ ਕਿ ਉਹਨਾਂ ਨੇ ਉਹਨਾਂ ਦੇ ਪਸ਼ੂਆਂ ਅਤੇ ਉਹਨਾਂ ਦੇ ਘਰਾਣੇ ਦੀ ਹਰੇਕ ਵਸਤੂ ਦੀ ਰੱਖਿਆ ਕੀਤੀ। ਜਲਦੀ ਹੀ ਇਸ ਧਰਤੀ ਉੱਤੇ ਪਰਮੇਸ਼ਵਰ ਦਾ ਨਿਆਂ ਹੋਵੇਗਾ। ਬਾਈਬਲ ਇਹ ਭਵਿੱਖਬਾਣੀ ਕਰਦੀ ਹੈ, ਜਦੋਂ ਅਜਿਹਾ ਹੋਵੇਗਾ ਤਦ ਬਿਪਤਾਵਾਂ ਤੋਂ ਬਚਣ ਦਾ ਇਕੱਲਾ ਨਿਸ਼ਾਨ ਪਸਾਹ ਹੋਵੇਗਾ। ਇਹ ਜਿਉਂਦਾ ਪ੍ਰਮਾਣ ਹੋਵੇਗਾ ਕਿ ਅਸੀਂ ਪਰਮੇਸ਼ਵਰ ਦੇ ਲੋਕ ਹਾਂ। ਇਹ ਪਰਮੇਸ਼ਵਰ ਦਾ ਬਹੁਤ ਹੀ ਕੀਮਤੀ ਵਾਅਦਾ ਹੋਵੇਗਾ।
ਜੋ ਸਾਨੂੰ ਸਵਰਗ ਦੇ ਸਦੀਪਕ ਰਾਜ ਅਤੇ ਮੁਕਤੀ ਵੱਲ ਲੈ ਜਾਵੇਗਾ। ਅੱਜ ਕਿਰਪਾ ਇਸ ਉੱਤੇ ਦ੍ਰਿੜਤਾ ਨਾਲ ਵਿਸ਼ਵਾਸ ਕਰੋ। ਜਦੋਂ ਅਸੀਂ ਰੋਟੀ ਅਤੇ ਦਾਖਰਸ ਖਾਂਦੇ ਹਾਂ ਤਦ ਕਿਰਪਾ ਕਰਕੇ ਸਿਰਫ ਇਹ ਨਾ ਸੋਚੋ ਕਿ ਮੈਂ ਸਿਰਫ ਰੋਟੀ ਦਾ ਟੁਕੜਾ ਖਾ ਰਿਹਾ ਹਾਂ ਅਤੇ ਦਾਖਰਸ ਦਾ ਪਿਆਲਾ ਪੀ ਰਿਹਾ ਹਾਂ। ਇਸ ਦੇ ਬਜਾਏ ਕਿਰਪਾ ਕਰਕੇ ਮਨ ਵਿੱਚ ਰੱਖੋ, ਕਿਉਂਕਿ ਅਸੀਂ ਪਰਮੇਸ਼ਵਰ ਦੇ ਨੇਮ ਨੂੰ ਪੂਰਾ ਕਰਦੇ ਹਾਂ ਤਦ ਅਸੀਂ ਹਰ ਪ੍ਰਕਾਰ ਦੀਆਂ ਆਸ਼ੀਸ਼ਾਂ ਪ੍ਰਾਪਤ ਕਰ ਰਹੇ ਹਾਂ, ਜਿਵੇਂ ਕਿ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਦੀ ਆਸ਼ੀਸ਼ ਅਤੇ ਬਿਪਤਾਵਾਂ ਤੋਂ ਬਚਣ ਦੀ ਆਸ਼ੀਸ਼। ਆਸ ਕਰਦੇ ਹੋਏ ਕਿ ਸਿਓਨ ਪਰਿਵਾਰ ਦੇ ਸਾਰੇ ਮੈਂਬਰ ਪਸਾਹ ਦੁਆਰਾ ਪਰਮੇਸ਼ਵਰ ਤੋਂ ਭਰਪੂਰ ਤੋਹਫਾ ਪ੍ਰਾਪਤ ਕਰਨਗੇ, ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।